ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਰਵਿਦਾਸ ਜੀ ਕੀ ਆਸਾ। ਤੁਮ ਚੰਦਨ ਹਮ ਰਿੰਡ ਬਪਰੇ, ਸੰਗ ਤੁਮਾਰੇ ਵਾਸਾ। नीच रूख ते ऊंच पे हैं, गंध सुगंध निवासा। माधो सतसंगत शरण तुम्हारी, हम गण तुम उपकारी रहाओ। तुम मखतूल सफेद सपियर हम बपरे जस कीरा। सतसंगत मिल रही है माधो, जैसे मदप मखीरा। जाति ओछा पाती ओछा ओछा जन्म हमारा। राजा राम की सेव न कीनी, कहे रविदास चमारा। ਕੀ ਸਮਝਾਉਂਦੇ ਆ ਭਗਤ ਜੀ? ਤੁਮ ਚੰਦਨ ਹਮ ਅਰਿੰਡ ਬਪਰੇ, ਸੰਗ ਤੁਮਾਰੇ ਵਾਸਾ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਖਾਹੂ ਤੇ ਨਾ ਡਰੇ। ਗਰੀਬ ਨਵਾਜ ਗੁਸ਼ਈਆ ਮੇਰਾ, ਮਾਥੇ ਸਤਰ ਤਰੇ। ਰਵਿਦਾਸ ਭਗਤ ਜੀ ਸ਼੍ਰੋਮਣੀ ਭਗਤ ਸੀ। ਕੁਦਰਤ ਨੇ ਕਿਰਪਾ ਕੀਤੀ, ਤਿੰਨ ਲੋਕਾਂ ਦਾ ਸਤਰ ਸਿਰ ਤੇ ਰੱਖਤਾ। ਜਿਹੜੇ ਧਰਮ ਦੇ ਆਗੂ ਉਸ ਸਮੇਂ ਪ੍ਰਚਲਿਤ ਮਤਾਂ ਦੇ ਵਿੱਚ ਜਾਤ ਪਾਤ ਦਾ ਵਿਰੋਧ ਕਰਦੇ ਸੀ, ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਸੀ, ਕੁਦਰਤ ਨੇ ਉੱਤੇ ਕਿਰਪਾ ਕੀਤੀ। ਉਹੀ ਆਪਾਂ ਨੂੰ ਭਗਤ ਜੀ ਸਮਝਾ ਰਹੇ ਨੇ। ਇੱਥੋਂ ਸੰਬੋਧਨ ਕਰ ਰਹੇ ਨੇ ਅੰਤਰਾਤਮਾ ਦੀ ਆਵਾਜ਼ ਨੂੰ, ਸਤਿਗੁਰ ਨੂੰ, ਜਿਹਦੀ ਕਿਰਪਾ ਨਾਲ ਸਾਡਾ ਜੀਵਨ ਚੱਲਦਾ, ਜਿਹਦੀ ਕਿਰਪਾ ਲੈ ਕੇ ਅਸੀਂ ਬਾਣੀ ਨਾਲ ਜੁੜਨਾ ਹੈ। ਇਹ ਬਾਣੀ ਸਤਿਗੁਰ ਦੀ ਹੈ ਭਾਈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਇਹ ਕਰਤੇ ਪੁਰਖ ਦੀ ਬਾਣੀ ਹੈ ਸਤਿਗੁਰ ਦੀ ਭਾਈ। ਇਹਨੂੰ ਸਮਝਣਾ, ਵਿਚਾਰਨਾ ਹੈ ਆਪਾਂ। ਫਿਰ ਅੰਤਰਾਤਮਾ ਨਾਲ ਆਪਣਾ ਮਿਲਾਪ ਹੁੰਦਾ ਹੈ। ਭਗਤ ਜੀ ਵੀ ਉਹਨੂੰ ਸੰਬੋਧਨ ਕਰ ਰਹੇ ਨੇ। हे माधो तुम चंदन हम अरिंड ਵਾਪਰੇ ਸੰਗ ਤੁਮਾਰੇ ਵਾਸਾ। ਦੋ ਹੀ ਪੱਖ ਆਪਾਂ ਨੂੰ ਬਾਣੀ ਸਮਝਾਉਂਦੀ ਹੈ। ਮਾਇਆ ਦੇ ਪ੍ਰਮਾਣ ਤੇ ਨਿਰਾਕਾਰ ਦੁਨੀਆ ਨੂੰ ਸਮਝਾਉਂਦੀ ਹੈ। ਮਾਇਆ ਦੇ ਪ੍ਰਮਾਣ ਆਪਾਂ ਛੱਡ ਦੇਣੇ ਆ, ਸਮਝ ਕੇ ਨਿਰਾਕਾਰ ਦਾ ਭਾਵ ਆਕਾਰ ਤੋਂ ਰਹਿਤ ਉਹ ਦੁਨੀਆ ਜਿਹੜੀ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ, ਉਹਦਾ ਆਪਾਂ ਗਿਆਨ ਪ੍ਰਾਪਤ ਕਰਨਾ ਹੈ। ਫਿਰ ਆਪਾਂ ਨੂੰ ਦਰਸ਼ਨ ਹੋਣਾ ਹੈ। ਭਗਤ ਜੀ ਸਮਝਾਉਂਦੇ ਆ ਜਿਵੇਂ ਅਰਿੰਡ ਹੁੰਦਾ ਹੈ, ਉਹਦੇ ਪੱਤੇ ਚੌੜੇ ਤਾਂ ਹੁੰਦੇ ਪਰ ਉਹਦੀ ਛਾਂ ਵੀ ਇੰਨੀ ਨਹੀਂ ਹੁੰਦੀ। ਉਹ ਬੂਟਾ, ਉਹਦੀ ਲੱਕੜ ਵੀ ਇੰਨੀ ਕੰਮ ਦੀ ਨਹੀਂ ਹੁੰਦੀ। ਪੋਲਾ ਹੁੰਦਾ, ਥੋਥਾ ਹੁੰਦਾ। ਦੂਏ ਪਾਸੇ ਚੰਦਨ ਬਾਰੇ ਸਮਝਾਉਂਦੇ ਨੇ। ਚੰਦਨ ਦਾ ਆਪਦਾ ਰੂਪ ਹੈ, ਉਹ ਖੁਸ਼ਬੂ ਦਿੰਦਾ ਹੈ। ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਉਸ ਖੁਸ਼ਬੂ ਉਹਦਾ ਸੁਭਾਵ ਆ। ਉਹ 'ਚ ਗੰਧ ਹੈ, ਚੰਦਨ 'ਚ ਸੁਗੰਧ ਹੈ। ਇਹ ਮਾਧੋ ਅਸੀਂ ਤੇਰੇ ਤੋਂ ਅਲੱਗ ਹੋ ਕੇ ਕੀ ਖੱਟਿਆ? ਇੰਨੇ ਨੀਚ ਹੋ ਗਏ ਤੇਰੇ ਨਾਲ ਰਹਿੰਦੇ ਹੋਏ ਵੀ। ਤੇਰੀ ਕਿਰਪਾ ਨਾਲ ਸਾਡਾ ਜੀਵਨ ਸੀ, ਤੇ ਤੋਂ ਦੂਰ ਹੋ ਕੇ ਕੀ ਖੱਟਿਆ ਸੀ? ਮਾਇਆ ਦੇ ਵਿੱਚ ਉਹ ਪ੍ਰਮਾਣ ਦੇ ਕੇ ਆਪਾਂ ਨੂੰ ਭਗਤ ਜੀ ਸਮਝਾਉਂਦੇ ਆ ਜਿਵੇਂ ਅਰਿੰਡ ਤੇ ਚੰਦਨ। ਇਵੇਂ ਆਪਾਂ ਭਾਈ ਹੁਣ ਉਹ ਚੰਦਨ ਅੰਤਰਾਤਮਾ ਦੀ ਆਵਾਜ਼, ਉਹਦਾ ਦਰਸ਼ਨ ਕਰਨਾ ਆਪਾਂ ਸਤਿਗੁਰ ਦਾ। ਭਗਤ ਜੀ ਨੇ ਆਪਾਂ ਨੂੰ ਮਾਇਆ ਦਾ ਪ੍ਰਮਾਣ ਦੇ ਕੇ ਸਮਾਇਆ। ਤੇ ਤੋਂ ਦੂਰ ਹੋ ਕੇ ਅਸੀਂ ਕੀ ਖੱਟਿਆ? ਜੀਵ ਆਤਮਾ ਕੀ ਖੱਟਦੀ ਹੈ? ਕੁਛ ਵੀ ਨਹੀਂ। ਖੁਆਰੀ ਹਰ ਵਿਸਰਤ ਸਦਾ ਖੁਆਰੀ, ਹਰ ਨਾ ਵਿਸਰ ਕੇ ਕੀ ਖੱਟਦੇ ਹਾਂ ਅਸੀਂ? ਜੰਮਣ ਮਰਨ ਦੇ ਗੇੜ 'ਚ ਪਏ ਰਹਿੰਦੇ। ਤੁਮ ਚੰਦਨ ਹਮ ਰਿੰਡ ਵਾਪਰੇ, ਸੰਗ ਤੁਮਾਰੇ ਵਾਸਾ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਜਦੋਂ ਨਿਵਾਸ ਹੋ ਜਾਂਦਾ ਹੈ
ਪਹਿਲਾਂ ਦੂਰ ਰਹਿੰਦੇ ਹਾਂ, ਜਦੋਂ ਇੱਕ ਹੋ ਜਾਂਦੀ ਆਤਮਾ ਅਤੇ ਪਰਾਤਮਾ। ਜਿਵੇਂ ਇੱਕ ਰਿੰਡ ਦਾ ਬੂਟਾ ਚੰਦਨ ਨਾਲ ਰਹਿ ਕੇ ਚੰਦਨ ਦੀ ਖੁਸ਼ਬੂ ਪੈਦਾ ਕਰ ਲੈਂਦਾ, ਇਵੇਂ ਅਸੀਂ ਸਤਿਗੁਰ ਦੀ ਪ੍ਰਾਪਤੀ ਕਰ ਲੈਂਦੇ। ਆਨੰਦ ਸਾਹਿਬ ਸਤਿਗੁਰਾਂ ਨੇ ਸਾਨੂੰ ਸਮਝਾਇਆ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ। ਸਤਿਗੁਰ ਦੀ ਪ੍ਰਾਪਤੀ ਹੈ ਪਹਿਲੀ ਭਾਈ। ਆਪਾਂ ਨੂੰ ਜਦੋਂ ਗੁਰੂ ਸ਼ਬਦ ਦੇ ਗਿਆਨ ਨਾਲ ਸਾਨੂੰ ਮੁਕਤੀ ਮਿਲ ਜਾਂਦੀ ਹੈ, ਦੋ ਪਦਾਰਥ ਮਿਲਦੇ, ਉਸ ਤੋਂ ਬਾਅਦ ਆਤਮਾ ਪ੍ਰਾਤਮਾ ਇੱਕ ਹੁੰਦੀ ਹੈ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਉਹੀ ਤਾਂ ਹੈ ਹੁਕਮ। ਅੰਤਰਾਤਮਾ ਦੀ ਆਵਾਜ਼ ਹੁਕਮ ਨਾਲ ਜੁੜੀ ਹੋਈ ਹੈ। ਪਹਿਲਾਂ ਆਪਾਂ ਪ੍ਰਾਤਮਾ ਦਾ ਦਰਸ਼ਨ ਕਰਨਾ। ਸਿੱਧਾ ਪਰਮੇਸ਼ਰ ਦਾ ਦਰਸ਼ਨ ਆਪਾਂ ਨਹੀਂ ਕਰ ਸਕਦੇ, ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ। ਪਰ ਫਿਰ ਵੀ ਅਸੀਂ ਸਰੀਰ ਦੀਆਂ ਭਗਤੀਆਂ, ਹਟ ਜੋ ਧਰਮ ਕਰਮ ਜਿੰਨੇ ਕਰਦੇ ਹਾਂ ਸਰੀਰ ਕਰਕੇ, ਤਈਆਂ ਤੋਂ ਕਿਰਾਏ ਪੈ ਗਿਆ ਸੀ। ਗਤੀ ਆਤਮਾ ਦੀ ਹੋਣੀ ਸੀ, ਅਸੀਂ ਸਰੀਰ ਦੀ ਕਰਨ ਲੱਗ ਗਏ। ਜੋ ਜੋ ਜਗਤ ਮੇ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਅਨੇਕਾਂ ਵਿਧੀਆਂ ਬਣ ਗਈਆਂ। ਅੱਗੇ ਕੀ ਸਮਝਾਉਂਦੇ ਆ? ਮਾਧੋ ਸਤਸੰਗਤ ਸਰਨ ਤੁਮਾਰੀ, ਹਮ ਔਗਣ ਤੁਪਕਾਰੀ। ਸਾਡੇ 'ਚ ਕੀ ਨੇ ਔਗਣ? ਕਿਵੇਂ ਗੁਣ ਪੈਦਾ ਹੋਣਗੇ ਆਤਮਾ 'ਚ? ਆਪਾਂ ਰਹਿ ਰਸ ਰੋਜ਼ ਪੜ੍ਹਦੇ ਹਾਂ, ਕਿੰਸੂਲਾ ਵੀ ਕਰਦੇ ਹਾਂ। ਸਤਸੰਗਤ ਸੋ ਤਰਿਆ, ਸੱਚ ਦੀ ਸੰਗਤ ਕਰਨ ਤੋਂ ਬਾਅਦ ਇਹ ਪ੍ਰਾਪਤੀ ਹੁੰਦੀ ਹੈ। ਮੇਰੇ ਮਾਧੋ ਜੀ, ਮਾਧੋ ਤੋਂ ਭਾਵ ਜੋ ਸਾਡੇ ਅੰਤਰਾਤਮਾ ਦੀ ਆਵਾਜ਼ ਵਿੱਚ, ਉਹ ਆਵਾਜ਼ ਜਿਹੜੀ ਹੈਗੀ ਹੈ, ਹੁਕਮ ਅੰਦਰੋਂ ਆ ਰਿਹਾ, ਉਹਦਾ ਦਰਸ਼ਨ ਕਰਨਾ। ਉਹ ਤਾਂ ਫਿਰ ਮਨਬੁੱਧੀ ਦਾ ਵਿਸ਼ਾ ਹੈ। ਅੱਖਾਂ ਦਾ ਦਰਸ਼ਨ ਤਾਂ ਹੈ ਹੀ ਨਹੀਂਗਾ। ਪਰ ਫਿਰ ਵੀ ਅਸੀਂ ਗਲਤੀਆਂ ਕੀਤੀਆਂ ਬਹੁਤ ਪਿੱਛੇ। ਪ੍ਰਚਲ ਧਰਮ ਜਿੰਨੇ ਸੀਗੇ, ਬਹੁਤ ਝੂਠ ਬੋਲਿਆ ਗਿਆ। ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਭਾਈ। ਬਿਨ ਅੱਖੀਂ ਦੇਖਣਾ, ਬਿਨ ਕੰਨੀ ਸੁਣਨਾ, ਬਿਨ ਜੀਭੇ ਬੋਲਣਾ, ਬਿਨ ਪੈਰੀਂ ਚੱਲਣਾ, ਨਾਨਕ ਹੁਕਮ ਵਸਾਣ ਕੇ ਤੋ ਖਸਮੇ ਮਿਲਣਾ। ਫਿਰ ਖਸਮ ਦਾ ਦਰਸ਼ਨ ਹੁੰਦਾ ਹੈ। ਉਹੀ ਭਗਤ ਜੀ ਸਮਝਾਉਂਦੇ ਨੇ, ਮਾਧੋ ਸਤਸੰਗਤ ਸਰਨ ਤੁਮਾਰੀ। ਤੇਰੀ ਜਿਹੜੇ ਸ਼ਰਨ ਆ ਜਾਂਦੇ ਨੇ, ਤੇਰੀ ਸ਼ਰਨ ਆ ਕੇ ਅਸੀਂ ਰਿੰਡ ਸੀਗੇ, ਨੀਚ ਸੀਗੇ, ਜਿਵੇਂ ਜਾਤੀ ਕਰਕੇ ਵੀ ਨੀਚ ਸੀਗੇ, ਆਤਮਾ ਕਰਕੇ ਵੀ। ਪਰ ਕੀ ਹੋ ਗਏ? ਚੰਦਨ ਹੋ ਗਏ, ਤੇਰੇ ਵਰਗਾ ਹੀ ਰੂਪ ਹੋ ਗਿਆ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ ਭਾਈ। ਹਮ ਔਗਣ ਤੁਮ ਉਪਕਾਰੀ, ਤੂੰ ਉਪਕਾਰੀ ਹੈ। ਤੇਰੇ 'ਚ ਗੁਣ ਨੇ, ਸਾਡੇ 'ਚ ਔਗਣ ਨੇ। ਪਰ ਅਸੀਂ ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਉਹਨੂੰ ਪਵਿੱਤਰ ਮੰਨਣ ਲੱਗ ਜਾਂਦੇ ਹਾਂ। ਸਾਰੀਆਂ ਡਿਗਰੀਆਂ ਅਸੀਂ ਪ੍ਰਾਪਤ ਕਰ ਲੈਂਦੇ ਹਾਂ। ਭੇਖ ਦਿਖਾਇਓ ਜਗਤ ਵਿੱਚ, ਪਿੱਛੇ ਆਪਾਂ ਵਿਚਾਰਿਆ ਹੀ ਹੈ। ਭੇਖ ਅਨੇਕ ਅਗਰ ਨਹੀਂ ਬੂਝੇ, ਕੋਟ ਉਪਾ ਦਰਗੇ ਨਹੀਂ ਸੀਜੇ। ਦਰਗਾਹ ਦੀ ਥੋੜ੍ਹੀ ਸੋਝੀ ਹੋ ਜੂ ਭਾਈ, ਸੰਸਾਰ ਤਾਂ ਮੰਨਣ ਲੱਗ ਜੂ। ਜਦੋਂ ਕਾਲ ਆਉਣਾ ਫਿਰ ਕੀ ਕਰਾਂਗੇ? ਸਹਿਜ ਸਿਆਣਪਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਫਿਰ ਕੀ ਕਰਾਂਗੇ? ਨਹੀਂ, ਇਹ ਗਲਤੀ ਨਹੀਂ ਕਰਨੀ। ਜੋ ਭਗਤ ਜੀ ਸਮਝਾਉਂਦੇ ਆ, ਆਪਾਂ ਸਮਝ ਕੇ ਪਿੱਛੇ ਪਿੱਛੇ ਚੱਲ ਕੇ ਆਪਾਂ ਵੀ ਬੇਗਮਪੁਰੇ ਪਹੁੰਚਣਾ, ਜਿੱਥੇ ਭਗਤ ਜੀ ਪਹੁੰਚੇ ਨੇ। ਸਾਰੇ ਗੁਰੂ ਭਗਤ ਸਾਹਿਬਾਨਾਂ ਦਾ ਨਿਵਾਸ ਹੈ ਜਿੱਥੇ ਸੱਚਖੰਡ। ਸਾਰੇ ਭਗਤ ਵਸਦੇ ਨੇ ਉੱਥੇ ਭਾਈ। ਉੱਥੇ ਪਹੁੰਚਣਾ ਆਪਾਂ ਆਤਮਾ ਕਰਕੇ, ਧਿਆਨ ਕਰਕੇ। ਹਮ ਔਗਣ ਤੁਮ ਉਪਕਾਰੀ ਰਹਾਓ, ਤੁਮ ਮਖਤੂਲ ਸਪੇਲ ਸਪੀਲ, ਹਮ ਬਪਰੇ ਜਸ ਕੀਰਾ। ਅਸੀਂ ਕੀ ਹੈ? ਕੀਰੇ, ਸਰੀਰ 'ਚ ਰਹਿਣ ਵਾਲੇ ਜੀਵ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਿਆ ਨਾਮ ਪ੍ਰਗਾਸ। ਇਹ ਦਾਤਾ ਜਿਹੜਾ ਤੇਰਾ ਹਿਰਦਾ ਹੈ, ਰੇਸ਼ਮ ਵਰਗਾ। ਮਖਤੂਲ ਤੋਂ ਭਾਵ ਤੁਮ ਮਖਤੂਲ ਸਫੇਦ, ਸਾਫ, ਕਿਸੇ ਖਾਤਰ ਵੀ ਤੇਰੇ ਅੰਦਰ ਵੈਰ ਵਿਰੋਧ ਨਹੀਂ। ਸਪੀਲ, ਸਫੇਦ, ਮੁਲਾਇਮ, ਸੁੱਖ ਦੇਣ ਵਾਲੀ ਤੇਰੀ ਬਾਣੀ। ਪ੍ਰਮਾਣ ਦੇ ਕੇ ਸਮਝਾ ਰਿਹਾ ਆਪਾਂ ਨੂੰ ਰੇਸ਼ਮ ਦਾ ਭਗਤ ਜੀ। ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੋ ਮਖੀਰਾ। ਮਖੀਰੇ ਤੋਂ ਭਾਵ ਮਖਿਆਲ ਆਪਾਂ ਦੇਖਦੇ ਹਾਂ ਸ਼ਾਇਦ, ਕਿਵੇਂ ਮੱਖੀਆਂ ਇਕੱਠੀਆਂ ਰਹਿੰਦੀਆਂ ਨੇ, ਪਰ ਸਾਰੀਆਂ ਰਸ ਇਕੱਠਾ ਕਰਕੇ ਲਿਆਉਂਦੀਆਂ ਨੇ। ਇਵੇਂ ਸਤ ਸੰਗਤ ਐਸੀ ਹੁੰਦੀ ਹੈ ਸੱਚ ਦੀ। ਜਿਹੜੇ ਵੀ ਗੁਰਸਿੱਖ ਗੁਰਸ਼ਬਦ ਦੀ ਵਿਚਾਰ ਨਾਲ ਜੁੜਦੇ ਨੇ, ਉਹ ਪ੍ਰਮਾਣ ਦੇ ਕੇ ਭਗਤ ਜੀ ਨੇ ਆਪਾਂ ਨੂੰ ਸਮਝਾਇਆ। ਜਿਵੇਂ ਮੱਖੀਆਂ ਮਖਿਆਲ ਵਾਲੀਆਂ ਦੇਖਿਆ ਕਿਵੇਂ ਰਹਿੰਦੀਆਂ ਨੇ। ਪਰ ਆਪਾਂ ਇੰਨੇ ਅਨੇਕ ਹੁੰਦੇ ਵੀ ਹੋਏ ਇੱਕ ਨਹੀਂ ਹੁੰਦੇ ਹੈਗੇ। ਤੈਨੂੰ ਤਾਂ ਆਪਾਂ ਨੂੰ ਦੁੱਖ ਹੈ ਭਾਈ। ਸਾਡੇ ਅੰਦਰ ਵੈਰ ਵਿਰੋਧ ਬਣਿਆ ਰਹਿੰਦਾ। ਜਦ ਤੱਕ ਸਤ ਸੰਗਤ ਤੋਂ ਭਾਵ ਭਗਤ ਜੀ ਸਮਝਾਉਂਦੇ ਨੇ ਸੱਚ ਦਾ ਗਿਆਨ ਨਹੀਂ ਹੁੰਦਾ, ਸੱਚ ਦੇ ਗਿਆਨ ਭਾਵ ਭਾਣੇ 'ਚ ਨਹੀਂ ਰਹਿੰਦੇ ਅਸੀਂ, ਜਦ ਤੱਕ ਸਾਡੀ ਉਹ ਅਵਸਥਾ ਨਹੀਂ ਬਣਦੀ, ਉਹ ਮੁਖਿਆਲ ਦੀ ਮੱਖੀਆਂ ਵਰਗੀ, ਮਤਲਬ ਮਖੀਰਾ। ਜਦੋਂ ਆਪਾਂ ਉਹ ਸ਼ਹਿਦ ਲੈਂਦੇ ਵੀ ਹਾਂ ਮੱਖੀਆਂ ਨੂੰ ਪਰੇ ਕਰਕੇ, ਤਾਂ ਉਹ ਸਾਰਾ ਇੱਕ ਰਸ ਹੁੰਦਾ ਹੈ। ਇਵੇਂ ਜਿਹੜੇ ਸਤਸੰਗੀ ਹੁੰਦੇ ਨੇ, ਗੁਰਸਿੱਖ ਹੁੰਦੇ ਨੇ, ਆਤਮਾ ਜਿਹੜੀਆਂ ਹੁੰਦੀਆਂ ਸਖੀ ਸਹੇਲੜੀ, ਉਹ ਮੇਰਾ ਪਿਰਵਣ ਯਾਰ ਆਰਾਮ, ਉਹ ਸਾਰੇ
ਉਹ ਮੱਖੀ ਦੀ ਉਹ ਮਖੀਰੇ ਦੀ ਨਿਆਈ ਸਤਸੰਗੀ ਹੁੰਦੇ, ਇੱਕ ਮਿਲ ਕੇ ਰਹਿੰਦੇ ਨੇ। ਆਪਾਂ ਵੀ ਤਾਂ ਭਾਈ ਇਹ ਪ੍ਰਾਪਤੀ ਕਰਨੀ ਹੈ। ਭਗਤ ਜੀ ਨੇ ਸਮਝਾਇਆ, ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦ ਮਖੀਰਾ। ਆਪਾਂ ਵੀ ਐ ਮਿਲ ਕੇ ਰਹਿਣਾ ਭਾਈ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਓਛਾ ਜਨਮ ਹੈ ਭਾਈ, ਕੀ ਪਤਾ ਕਿਹੜੇ ਵੇਲੇ ਹੁਕਮ ਆ ਜਾਣਾ, ਆਪਾਂ ਨੂੰ ਜਾਣਾ ਪੈਣਾ। ਮਾਂ ਸਦੀਵੀ ਜੀਵਨ ਲੈਣਾ ਆਪਾਂ। ਰਹਿਰਾਸ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਕੀਰਤਨ ਸੋਲਾ ਵੀ ਕਰਦੇ ਹਾਂ। ਆਖਾਂ ਜੀਵਾਂ ਬਿਸਰੇ ਮਰ ਜਾਓ। ਜੇ ਅਸੀਂ ਨਾਮ ਤੋਂ ਟੁੱਟੇ ਹੋਏ ਹੁਕਮ ਤੋਂ ਦੂਰ ਜਾ ਰਹੇ ਹਾਂ ਤਾਂ ਬਿਸਰੇ ਹੋਏ ਹਾਂ ਭਾਈ। ਕਹਿਣ ਦੀ ਲੋੜ ਹੀ ਨਹੀਂ ਹੈਗੀ, ਨਰਕਾਂ ਨੂੰ ਜਾ ਰਹੇ ਹਾਂ। ਜੇ ਅਸੀਂ ਇਹ ਪ੍ਰਾਪਤੀ ਕਰਕੇ ਉਹਦਾ ਜਸ ਕਰਦੇ ਹਾਂ, ਸਮਝੋ ਉਹ ਗੁਰਸਿੱਖਾਂ ਨੂੰ ਸਦੀਵੀ ਜਨਮ ਮਿਲ ਗਿਆ। ਉਹੀ ਤਾਂ ਗੁਰਸਿੱਖ ਨੇ ਭਾਈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੁ ਜਲੇ ਕੀਤੀ ਛੁੱਟੀ ਨਾਲ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚ ਮਾਰਾ। ਪਰ ਅਸੀਂ ਤਾਂ ਸੇਵ ਤੋਂ ਭਾਵ ਕੁਦਰਤ ਦਾ ਜਸ ਕਰਨਾ ਸੀ, ਭਗਤੀ ਕਰਨੀ ਸੀ, ਆਪਦੀ ਭਗਤੀ ਕਰਾਉਣ ਲੱਗੇ। ਦੇਖ ਲਓ ਫਿਰ ਕੀ ਹਾਲ ਹੁੰਦਾ ਹੈ। ਬੜੇ ਬੜੇ ਭੇਖ ਕਰਕੇ ਸੰਸਾਰ ਨੂੰ ਪਿੱਛੇ ਲਾ ਲਿਆ, ਫਿਰ ਕੀ ਹਾਲ ਹੁੰਦਾ। ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੈ। ਭਗਤ ਕਬੀਰ ਜੀ ਸਮਝਾਉਂਦੇ ਨੇ, ਉਜਲ ਪਹਿਰੀ ਕਾਪਰੇ ਪਾਨ ਸੁਪਾਰੀ ਖਾਏ, ਇੱਕ ਸਰ ਕੇ ਨਾਮ ਬਿਨ ਬੰਦੇ ਜੰਪੁਰ ਜਾਏ। ਭਗਤ ਜੀ ਸਮਝਾਉਂਦੇ, ਜਿਹੜੇ ਬੜੇ ਬੜੇ ਭੇਖ ਕਰਕੇ ਧਰਮ ਦੇ ਵਿੱਚ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਸੰਸਾਰ ਤਾਂ ਉਹਨਾਂ ਨੂੰ ਮੰਨਦਾ ਹੈ, ਪਰ ਅੰਤ ਕੀ ਹੁੰਦਾ ਉਹਨਾਂ ਦਾ? ਸਾਰਿਆਂ ਨੂੰ ਜੰਮ ਬਣ ਕੇ ਲੈ ਜਾਂਦਾ। ਜੇ ਆਪਾਂ ਇੱਕ ਹੱਥਾਂ ਨਾਲ ਜੁੜੇ ਰਹਾਂਗੇ ਭਾਈ, ਆਪਾਂ ਆਪਦੇ ਘਰ ਪਹੁੰਚ ਜਾਵਾਂਗੇ। ਹਰ ਹਰ ਨਾਮ ਜਪੰਤੇ ਹਾਂ, ਕਿਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਾ ਨਾਲ ਜੁੜੀਏ। ਤੁਮ ਚੰਦਨ ਹਮ ਰਿੰਡ ਬਪਰੇ, ਸੰਗ ਤੁਮਾਰੇ ਵਾਸਾ। ਆਪਾਂ ਵੀ ਚੰਦਨ ਰੂਪ ਸਤਿਗੁਰ ਦਾ ਦਰਸ਼ਨ ਕਰੀਏ, ਅੰਤਰਾਤਮਾ ਦਾ ਗੁਰ ਕੇ ਚਰਨ ਬਾਣੀ ਨਾਲ ਜੁੜੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।